ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਟਾਨ ਕੋਟਾਨ ਸ਼ੁਕਰਾਨਾ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ। ਗੁਰੂਦੇਵ ਜੀ ਨੇ ਜੋ ਸਾਨੂੰ ਅੱਜ ਹੁਕਮਨਾਮਾ ਸਾਹਿਬ ਦਿੱਤਾ ਹੈ, ਤਨਾਸਰੀ ਮਹੱਲਾ ਪੰਜਵਾ, ਘਰ ਛੇਵਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ, ਓੰਕਾਰ ਭਾਵ ਸਾਰੇ ਹਿਰਦਿਆਂ ਦਾ ਪ੍ਰਕਾਸ਼ਕ ਹੈ। ਸਤਿਗੁਰੂ ਸੱਚੇ ਗੁਰੂ ਦੀ ਪ੍ਰਸਾਦ ਹੈ, ਬਖਸ਼ਿਸ਼ ਹੈ, ਕਿਰਪਾ ਹੈ, ਸਤ ਚਿੱਤ ਆਨੰਦ ਹੈ। ਗੁਰੂਦੇਵ ਜੀ ਨੇ ਜੋ ਸਾਨੂੰ ਅੱਜ ਹੁਕਮਨਾਮਾ ਸਾਹਿਬ ਦਿੱਤਾ ਹੈ, ਸੁਨਹੁ ਸੰਤ ਪਿਆਰੇ ਬਿਨੋ ਹਮਾਰੇ ਜੀਓ, ਹਰ ਬਿਨ ਮੁਕਤ ਨਾ ਕਾਹੂ ਜੀਓ ਰਹਾਓ। ਜਿਵੇਂ ਜਿਵੇਂ ਅਸੀਂ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਗੁਰਬਾਣੀ ਨਾਲ ਜੁੜਦੇ ਹਾਂ, ਗੁਰਬਾਣੀ ਪੜ੍ਹਦੇ ਹਾਂ, ਗੁਰਬਾਣੀ ਵਿਚਾਰਦੇ ਹਾਂ, ਗੁਰਬਾਣੀ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਲਿਆਉਣਾ ਕਰਦੇ ਹਾਂ, ਅਤੇ ਸਾਨੂੰ ਪਤਾ ਲੱਗਦਾ ਹੈ ਕਿ ਸਾਡਾ ਮਨ ਹੈ ਜੋ ਉਹ ਮੈਲਾ ਹੈ, ਅਤੇ ਉਹ ਮੈਲੇ ਮਨ ਨੂੰ ਗੁਰਬਾਣੀ ਦਾ ਪਾਠ, ਗੁਰਬਾਣੀ ਦੀ ਵਿਚਾਰ, ਗੁਰਬਾਣੀ ਦੇ ਅਨੁਸਾਰ ਜੀਵਨ ਢਾਲਣ ਦੇ ਨਾਲ ਉਹ ਮਨ ਪਵਿੱਤਰ ਹੁੰਦਾ ਹੈ। ਭਾਵ ਕਿ ਗੁਰਬਾਣੀ ਸਾਡੇ ਮੈਲੇ ਮਨ ਨੂੰ, ਗੁਰਬਾਣੀ ਸਾਡੇ ਅੰਧਕਾਰ ਮਨ ਨੂੰ ਪ੍ਰਕਾਸ਼ ਕਰਦੀ ਹੈ। ਗੁਰਬਾਣੀ ਸਾਡੇ ਮੈਲੇ ਮਨ ਨੂੰ ਉਜਵਲ ਕਰਦੀ ਹੈ। ਗੁਰਬਾਣੀ ਉਹ ਯਾਤਰਾ ਹੈ ਜਿਹੜੀ ਸਾਡੇ ਮਨ ਦੀ ਯਾਤਰਾ, ਸੁੱਤੇ ਹੋਏ ਮਨ ਨੂੰ ਜਗਾ ਕੇ ਜਾਗਰਤ ਕਰਦੀ ਹੈ ਅਤੇ ਚੇਤਨ ਕਰਦੀ ਹੈ। ਸੋ ਅੱਜ ਜੋ ਸਾਨੂੰ ਹੁਕਮਨਾਮਾ ਸਾਹਿਬ ਦਿੱਤਾ ਹੈ ਗੁਰੂਦੇਵ ਜੀ ਨੇ, ਜਿਹਦੇ ਵਿੱਚ ਕਿ ਉਹਨਾਂ ਨੇ ਮਨ ਨਿਰਮਲ ਦੀ ਗੱਲ ਕੀਤੀ ਹੈ। ਪਰ ਜੇ ਅਸੀਂ ਨਿਰਮਲ ਮਨ ਦੀ ਗੱਲ ਕਰੀਏ ਤਾਂ ਉਸ ਤੋਂ ਪਹਿਲਾਂ ਸਾਨੂੰ ਪਤਾ ਹੋਵੇ ਕਿ ਮੈਲਾ ਮਨ ਕੀ ਹੁੰਦਾ, ਮਨ ਵਿੱਚ ਮੈਲ ਕੀ ਹੁੰਦੀ ਆ। ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੇ ਸਾਨੂੰ ਦੱਸਿਆ ਕਿ ਇਸ ਮਨ ਨੂੰ ਭਾਈ ਮੈਲ ਲੱਗੀ ਹੋਈ ਆ। ਮਹਾਰਾਜ ਇਹ ਕਦੋਂ ਕਦੀ ਮੈਲ ਲੱਗੀ ਹੋਈ ਆ ਸਾਡੇ ਮਨਾਂ ਨੂੰ? ਗੁਰੂਦੇਵ ਜੀ ਨੇ ਉੱਤਰ ਦਿੱਤਾ, ਭਾਈ ਜਨਮ ਜਨਮ ਕੀ, ਇੱਕ ਜਨਮ ਦੀ ਨਹੀਂ, ਕਈ ਜਨਮਾਂ ਦੀ, ਕਈ ਜਨਮਾਂ ਦੀ ਕੀ, ਬਹੁਤ ਜਨਮਾਂ ਦੀ ਤੇਰੇ ਮਨ ਨੂੰ ਮੈਲ ਲੱਗੀ ਹੋਈ ਆ। ਜਨਮ ਜਨਮ ਕੀ ਇਸ ਮਨ ਕਉ ਮਲ ਲਾਗੀ, ਮਲ ਹੁੰਦੀ ਆ ਮੈਲ, ਲਾਗੀ, ਅਤੇ ਉਹ ਮੈਲ ਲੱਗ ਲੱਗ ਕੇ ਅਤੇ ਇਹਨੂੰ ਹੁਣ ਆਪਦਾ ਰੂਪ ਤਾਂ ਦਿਸਦਾ ਹੀ ਨਹੀਂ, ਇਕੱਲੀ ਮੈਲ ਹੀ ਬਚੀ ਆ ਉੱਪਰ। ਕਾਲਾ ਹੋਆ ਸਿਆਹਾ, ਇਹਦਾ ਰੰਗ ਕਾਲਾ ਹੋ ਗਿਆ ਹੈ ਨਾ। ਪਰ ਮਹਾਰਾਜ ਇਹ ਮੈਲ ਕਾਹਦੀ ਆ, ਜੇ ਤੁਸੀਂ ਪਲੀਜ਼ ਸਾਨੂੰ ਦੱਸ ਦਿਓ। ਕਹਿੰਦੇ ਭਾਈ ਮਨ ਮੁੱਖਤਾ ਦੀ ਮੈਲ ਆ ਇਹਨੂੰ। ਮਨ ਮੁੱਖਤਾ, ਜਦੋਂ ਸਾਡਾ ਮੁੱਖ ਮਨ ਵੱਲ ਹੋ ਜਾਂਦਾ, ਜਦੋਂ ਜਿਹੜੀ ਸਾਡੀ ਬੁੱਧੀ ਆ ਉਹ ਮਨ ਦੀ ਗੱਲ ਮੰਨਣ ਲੱਗ ਜਾਂਦੀ ਆ। ਮਨ ਮੁੱਖ ਮੈਲੇ ਮਲ ਭਰੇ, ਹਉਮੈ ਅਤੇ ਤ੍ਰਿਸ਼ਨਾ, ਇਹ ਦੋ ਵੱਡੇ ਰੋਗ ਨੇ। ਹਉਮੈ ਅਤੇ ਤ੍ਰਿਸ਼ਨਾ, ਮੈਂ ਹਾਂ, ਮੈਂ ਬਹੁਤ ਵੱਡਾ ਹਾਂ। ਤ੍ਰਿਸ਼ਨਾ, ਜੋ ਮੇਰੇ ਕੋਲ ਚੀਜ਼ ਹੈ ਉਹਦੇ ਵਿੱਚ ਜਿਹੜੀ ਸੰਤੁਸ਼ਟੀ ਨਾ ਹੋਣੀ, ਅਤੇ ਜੋ ਮੇਰੇ ਕੋਲ ਨਹੀਂ ਹੈ ਉਹ ਚੀਜ਼ਾਂ ਮੇਰੇ ਕੋਲ ਹੋਣ। ਤ੍ਰਿਸ਼ਨਾ, ਤ੍ਰਿਸ਼ਨਾ ਇੱਕ ਉਹ ਭੁੱਖ ਆ। ਮਹਾਰਾਜ ਕਹਿੰਦੇ ਨੇ ਕਿ ਜਿਹੜੀ ਭੁੱਖ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਮਾਰੂ ਦੇ ਨਾਲ ਜੋੜਿਆ, ਮਾਰੂ ਥਲ ਦੇ ਨਾਲ ਜੋੜਿਆ। ਕਹਿੰਦੇ ਵੀ ਚਾਹੇ ਜਿੰਨਾ ਮਰਜ਼ੀ ਮੀਂਹ ਪੈ ਜੇ, ਮਾਰੂ ਮੀਂਹ ਨਾ ਤ੍ਰਿਪਤਿਆ, ਉਹ ਰੱਜਦਾ ਨਹੀਂ ਹੈਗਾ, ਉਹਨੂੰ ਕਦੇ ਰੱਜ ਨਹੀਂ ਆਉਂਦਾ। ਮਾਰੂ ਥਲ ਨੂੰ ਰੱਜ ਨਹੀਂ ਆਉਂਦਾ, ਅਤੇ ਅੱਗ ਨੂੰ ਵੀ ਰੱਜ ਨਹੀਂ ਆਉਂਦਾ। ਚਾਹੇ ਤੁਸੀਂ ਸਾਰੇ ਸੰਸਾਰ ਦੀਆਂ ਲੱਕੜਾਂ ਲਿਆ ਕੇ ਅੱਗ ਵਿੱਚ ਪਾ ਦਿਓ, ਉਹ ਸਾਰੀਆਂ ਨੂੰ ਫੂਕ ਦੇਗੀ। ਅਤੇ ਚਾਹੇ ਜਿੰਨਾ ਮਰਜ਼ੀ ਮੀਂਹ ਪੈ ਜੇ ਰੇਗਿਸਤਾਨ ਦੇ ਵਿੱਚ, ਉਹ ਰੱਜਦਾ ਨਹੀਂ ਹੈਗਾ। ਅਤੇ ਤ੍ਰਿਸ਼ਨਾ ਇੱਦਾਂ ਆ ਇਨਸਾਨ ਦੀ, ਮਨਮੁਖ ਮੈਲੇ ਮਲ ਭਰੇ, ਹਉਮੈ ਤ੍ਰਿਸ਼ਨਾ ਵਿਕਾਰ। ਹਉਮੈ ਅਤੇ ਤ੍ਰਿਸ਼ਨਾ ਦੇ ਜਿਹੜੇ ਵੱਡੇ ਵਿਕਾਰ ਨੇ, ਇਹ ਇਨਸਾਨ ਦੇ ਉੱਤੇ ਮੈਲ ਜਮਾਈ ਜਾਂਦੇ ਨੇ। ਮਹਾਰਾਜ ਕਹਿੰਦੇ ਕਿ ਜਗ ਹਉਮੈ ਮੈਲ ਦੁੱਖ ਪਾਇਆ। ਜੱਗ ਦੇ ਵਿੱਚ ਇਨਸਾਨ ਨੂੰ ਜਿਹੜੀ ਸਜ਼ਾ ਮਿਲੀ ਹੋਈ ਆ ਉਹ ਹਉਮੈ ਦੀ ਆ, ਹੰਕਾਰ ਦੀ। ਜਗ ਹਉਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੈ ਭਾਏ। ਜਦੋਂ ਕੋਈ ਇਨਸਾਨ ਪਰਮਾਤਮਾ ਨੂੰ ਛੱਡ ਕੇ
ਦੂਜੇ ਭਾਵ ਸੰਸਾਰੀ ਵਸਤੂਆਂ ਦੇ ਵਿੱਚ ਜਾ ਕੇ ਇੰਡਲਜ ਹੋ ਜਾਂਦਾ। ਦੇਖੋ, ਸੰਸਾਰੀ ਵਸਤੂਆਂ ਨੂੰ ਭੋਗਣਾ, ਸੰਸਾਰੀ ਵਸਤੂਆਂ ਨੂੰ ਵਰਤਣਾ, ਸੰਸਾਰੀ ਵਸਤੂਆਂ ਦਾ ਆਪਣੇ ਜੀਵਨ ਦੇ ਲਈ, ਸਹੂਲਤ ਦੇ ਲਈ ਵਰਤਣਾ, ਉਹ ਕੋਈ ਮਾੜੀ ਚੀਜ਼ ਨਹੀਂ। ਉਹਨੂੰ ਗੁਰੂ ਪ੍ਰਸਾਦ ਕਿਹਾ ਹੈ, ਮਹਾਰਾਜ ਨੇ ਜਿਹੇ ਪ੍ਰਸਾਦ ਕਿਹਾ ਹੋਇਆ। ਪਰ ਜਿਹੜੀ ਉਹਨਾਂ 'ਚ ਰਸ ਪਾ ਕੇ ਰੱਖਣਾ, ਜਿਹੜਾ ਉਹਨਾਂ ਦੇ ਵਿੱਚ ਰਸ ਦੇ ਵਿੱਚ ਰਹਿਣਾ, ਮਹਾਰਾਜ ਕਹਿੰਦੇ ਵੀ ਜਿਹੜੇ ਤੇਰੇ ਰਸ ਨੇ, ਜਿਹੜੇ ਤੇਰੇ ਰਸ ਨੇ, ਜੇ ਤੂੰ ਸੰਸਾਰਕ ਚੀਜ਼ਾਂ 'ਚ ਰਸ ਪਾ ਕੇ ਰੱਖੇਂਗਾ ਤਾਂ ਵਾਹਿਗੁਰੂ ਵਾਲਾ ਰਸ ਤੈਨੂੰ ਨਹੀਂ ਆਊਗਾ ਕਦੇ, ਹੈ ਨਾ। ਅਤੇ ਗੁਰੂਦੇਵ ਜੀ ਕਹਿੰਦੇ ਨੇ ਕਿ ਜਗ ਹਉਮੈ ਮੈਲ ਦੁੱਖ ਪਾਇਆ, ਮਲ ਲਾਗੀ ਦੂਜੇ ਭਾਏ, ਮਲ ਹਉਮੈ ਧੋਤੀ ਕਿਵੇਂ ਨਾ ਉਤਰੇ। ਇਹ ਤੇਰੀ ਧੋਤੀ ਮੈਲ, ਅੰਦਰੋਂ ਤੇਰਾ ਮਨ ਮੈਲਾ, ਅਤੇ ਤੂੰ ਕਹਿਣਾ ਕਿ ਮੈਂ ਸੋਚੈ ਸੋਚ ਨਾ ਹੋ ਬਈ, ਅਤੇ ਤੂੰ ਕਹਿਣਾ ਕਿ ਮੈਂ ਸੋਚ ਕਰ ਆਵਾਂ, ਮੈਂ ਨਹਾਇਆ ਆਵਾਂ, ਮੈਂ ਇਸ਼ਨਾਨ ਕਰ ਆਵਾਂ ਤੀਰਥਾਂ 'ਤੇ। ਚਾਹੇ ਗੁਰੂਦੇਵ ਕਹਿੰਦੇ ਜੇ 100 ਤੀਰਥ ਨਹਾਏ, ਜਿੰਨਾ ਚਿਰ ਤੱਕ ਤੂੰ ਸ਼ਬਦ ਦੀ ਕਮਾਈ ਨਹੀਂ ਕਰਦਾ, ਇਹ ਭਾਈ ਤੇਰੀ ਮੈਲ ਨਹੀਂ ਉਤਰਨੀ। ਪਰ ਫਿਰ ਇਨਸਾਨ ਕਹਿੰਦਾ ਮਹਾਰਾਜ ਮੈਂ ਬਹੁਤ ਚੰਗੇ ਕਰਮ ਕਰ ਲੂੰਗਾ, ਉਹਦੇ ਨਾਲ ਉਤਰ ਜੂਗੀ ਮੈਲ। ਗੁਰੂਦੇਵ ਜੀ ਕਹਿੰਦੇ ਨੇ ਬਹੁ ਬਿਧ ਕਰਮ ਕਮਾਵਣੇ, ਅਤੇ ਮੈਨੂੰ ਪਤਾ ਤੇਰਾ ਕੀ ਤੂੰ ਕੰਮ ਕਰੇਗਾ, ਮੈਨੂੰ ਪਤਾ। ਗੁਰੂ ਨਾਨਕ ਦੇਵ ਜੀ ਕਹਿੰਦੇ ਮੈਨੂੰ ਪਤਾ ਭਾਈ ਤੇਰਾ, ਤੂੰ ਕਿੱਦਾਂ ਦੇ ਕੰਮ ਕਰੇਗਾ। ਬਹੁ ਬਿਧ ਕਰਮ ਕਮਾਵਣੇ, ਤੂੰ ਦੋ ਲੋਕਾਂ ਨੂੰ ਦੱਸੇਗਾ ਫਿਰ ਮੈਂ ਇੱਦਾਂ ਕਰਦਾ, ਮੈਂ ਇੱਦਾਂ ਕਰਦਾ, ਬਲਕਿ ਦੂਣੀ ਮਲ ਲੱਗੀ ਆਏ, ਪਰ ਤੈਨੂੰ ਹੋਰ ਮੈਲ ਲੱਗ ਜੂਗੀ। ਇਹੀ ਤੇਰੇ ਕਰਮ ਨੇ। ਫਿਰ ਤੂੰ ਨਹਾਉਣ ਜਾਣਾ ਤੀਰਥਾਂ 'ਤੇ, ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਮਨ 'ਚ ਖੋਟ ਭਰਿਆ ਹੋਇਆ, ਅਤੇ ਤਨ ਤੂੰ ਨਹਾਉਣ ਚੱਲਿਆ, ਹੈ ਨਾ। ਇੱਕ ਭੌ ਲੱਥੀ ਨਹਾਤਿਆਂ, ਉੱਥੇ ਇੱਕ ਭੌ ਆ ਕੇ ਫਿਰ ਤੂੰ ਦੱਸਦਾ ਲੋਕਾਂ ਨੂੰ ਕਿ ਮੈਂ ਤੀਰਥ 'ਤੇ ਨਹਾ ਕੇ ਆਇਆ। ਡਰਾਮੇ ਤੂੰ ਕਰਨ 'ਤੇ ਲੱਗਿਆ ਹੋਇਆ ਭਾਈ, ਇਹ ਤੇਰਾ ਵਧੀਆ ਲਾਈਫ ਸਟਾਈਲ ਨਹੀਂ ਹੈਗਾ। ਇੱਕ ਭੌ ਲੱਥੀ ਨਹਾਤਿਆਂ, ਦੋਏ ਭੌ ਚੜੇ ਸਹੋਰ, ਹੈ ਨਾ। ਅਤੇ ਇਹ ਮਹਾਰਾਜ ਕਹਿੰਦੇ ਨੇ ਵੀ ਇਹ ਤੂੰ ਜਿੰਨਾ ਚਿਰ ਤੱਕ ਤੇਰਾ ਮਨ ਸਾਫ਼ ਨਹੀਂ ਹੁੰਦਾ, ਇਹ ਮੈਲਾਂ ਤੈਨੂੰ ਲੱਗੀਆਂ ਰਹਿਣਗੀਆਂ। ਪਰ ਮਹਾਰਾਜ ਮੈਂ ਫਿਰ ਗਿਆਨੀ ਲੋਕਾਂ ਦੀ ਸੰਗਤ 'ਚ ਬਹਿ ਜਾਣਾ, ਜਿਹੜੇ ਪੜ੍ਹੇ ਲਿਖੇ ਨੇ ਲੋਕ, ਹੈ ਨਾ, ਅਤੇ ਮੈਂ ਪਾਠ ਪੜ੍ਹ ਲੈਣਾ ਕੋਈ। ਮਹਾਰਾਜ ਕਹਿੰਦੇ ਕਿ ਪੜ੍ਹਿਆ ਮੈਲ ਨਾ ਉਤਰੈ, ਇਕੱਲੇ ਪੜ੍ਹੇ ਤੋਂ ਵੀ ਮੈਲ ਨਹੀਂ ਭਾਈ ਉਤਰਦੀ। ਜੇ ਤੂੰ ਕਹੇ ਨਾ ਵੀ ਮੈਂ ਪੜ੍ਹਿਆਂ ਦੀ ਸੰਗਤ ਬਹਿ ਜਾਊਂਗਾ, ਹੈ ਨਾ, ਅਤੇ ਮੈਂ ਪੜ੍ਹਿਆਂ ਦੇ ਨਾਲ ਰਹੂੰਗਾ, ਪੜ੍ਹਿਆ ਇਕੱਲੇ ਪੜ੍ਹੇ ਤੋਂ ਵੀ ਮੈਲ ਨਹੀਂ ਉਤਰੀ। ਪੁੱਛੋ ਗਿਆਨੀਆਂ ਜਾਏ, ਇਹ ਵੀ ਤੂੰ ਪੁੱਛਣੀ ਚਾਹੇ ਗਿਆਨੀਆਂ ਦੇ ਵਿੱਚ ਤੋਂ ਜਾ ਕੇ, ਹੈ ਨਾ। ਮਨ ਮੈਲੇ ਭਗਤ ਨਾ ਹੋ ਬਈ, ਜਿੰਨਾ ਚਿਰ ਤੱਕ ਤੇਰਾ ਮਨ ਮੈਲਾ, ਤਾਂ ਹੀ ਤੈਨੂੰ ਰਸ ਨਹੀਂ ਆਉਂਦਾ, ਤਾਂ ਹੀ ਤੈਨੂੰ ਸਵਾਦ ਨਹੀਂ ਆਉਂਦਾ, ਬਾਣੀ ਪੜ੍ਹਨ ਦਾ ਸਵਾਦ ਨਹੀਂ ਆਉਂਦਾ, ਬਾਣੀ ਪੜ੍ਹਨ ਦਾ ਰਸ ਨਹੀਂ ਆਉਂਦਾ, ਬਾਣੀ ਜਪਣ ਦਾ ਰਸ ਨਹੀਂ ਆਉਂਦਾ, ਬਾਣੀ ਵਿਚਾਰਨ ਦਾ ਰਸ ਨਹੀਂ ਆਉਂਦਾ, ਕਿਉਂਕਿ ਮਨ ਮੈਲਾ। ਮਨ ਮੈਲੇ ਭਗਤ ਨਾ ਹੋ ਬਈ, ਉਹ ਹੋਵਈ ਨਹੀਂ ਹੁੰਦੀ। ਹੋਵਈ ਦਾ ਭਾਵ ਹੋ ਗਿਆ ਸਪੌਂਟੇਨੀਅਸਲੀ ਨਹੀਂ ਹੁੰਦੀ। ਆਪ ਮੁਹਾਰੇ ਤੇਰੇ ਅੰਦਰੋਂ ਇੱਕ ਖੁਸ਼ੀ ਨਹੀਂ ਉਪਜਦੀ, ਆਪ ਮੁਹਾਰੇ ਤੇਰੇ ਅੰਦਰੋਂ ਇੱਕ ਚਾਅ ਨਹੀਂ ਪੈਦਾ ਹੁੰਦਾ। ਠੀਕ ਆ, ਤੂੰ ਸੰਗਤ ਵਿੱਚ ਜਾਣਾ, ਸੰਗਤ ਦਾ ਇੱਕ ਰੰਗ ਹੁੰਦਾ, ਪਰ ਤੇਰੇ ਅੰਦਰੋਂ ਖੁਦ ਤੋਂ, ਤੇਰੀ ਖੁਦ ਨਾਲ ਖੁਦ ਦੀ ਇੰਟਰਵਿਊ ਹੋਣੀ ਚਾਹੀਦੀ ਆ, ਤੇਰੀ ਖੁਦ ਦੀ ਖੁਦ ਨਾਲ ਮੁਲਾਕਾਤ ਹੋਣੀ ਚਾਹੀਦੀ ਆ, ਤੇਰਾ ਖੁਦ ਦਾ ਖੁਦ ਨਾਲ ਮਿਲਾਪ ਹੋਣਾ ਚਾਹੀਦਾ। ਇਹ ਹੁੰਦਾ ਹੋਵਈ। ਹੋਵਈ ਕੀ ਹੋ ਗਿਆ? ਮਨ ਮੈਲੇ ਭਗਤ ਨਾ ਹੋਵਈ, ਨਾਮ ਨਾ ਪਾਇਆ ਜਾਏ, ਮਨ ਮੁਖ ਮੈਲੇ। ਜਿੰਨਾ ਚਿਰ ਤੱਕ ਤੂੰ ਮਨ ਦੇ ਮਗਰ ਲੱਗ ਕੇ ਕੋਈ ਵੀ ਕਰਮ ਕਰਦਾ, ਮਨ ਮੁਖ ਮੈਲੇ, ਮੈਲੇ ਮੂਏ, ਅਤੇ ਉਹ ਮੈਲਾ ਹੀ ਰਹਿੰਦਾ ਅਤੇ ਮੈਲਾ ਹੀ ਮਰ ਜਾਂਦਾ। ਮਹਾਰਾਜ ਕਹਿੰਦੇ ਨੇ ਜਾਸਨ ਪੱਤ ਗਵਾਏ। ਇਸ ਸੰਸਾਰ ਦੇ ਵਿੱਚ ਸਾਰੀ ਪੱਤ ਆ ਜਿਹੜੀ ਉਹ ਗਵਾ ਕੇ ਜਾਂਦੇ ਨੇ। ਪਰ ਮਹਾਰਾਜ ਜੀ ਤੁਸੀਂ ਤੇ ਅੱਜ ਹੁਕਮਨਾਮਾ ਸਾਹਿਬ ਦੇ ਵਿੱਚ ਕਿਹਾ ਕਿ ਮਨ ਨਿਰਮਲ ਕਰਮ ਕਰ। ਹੁਣ ਫਿਰ ਨਿਰਮਲ ਕਰਮ ਕੀ ਹੁੰਦੇ ਨੇ ਗੁਰੂਦੇਵ ਜੀ, ਤੁਸੀਂ ਦੱਸੋ। ਇਹ ਤਾਂ ਸਾਨੂੰ ਬਹੁਤ ਡਰ ਲੱਗਣ ਵਾਲੀ ਗੱਲ ਹੋ ਗਈ। ਕਹਿੰਦੇ ਨਹੀਂ ਭਾਈ, ਤੈਨੂੰ ਮੈਂ ਨਿਰਮਲ ਕਰਮ ਵੀ ਦੱਸਦਾ ਵੀ ਨਿਰਮਲ ਕਰਮ ਕੀ ਹੁੰਦੇ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਨੂੰ ਸੁਖਮਨੀ ਸਾਹਿਬ ਦੇ ਵਿੱਚ ਨਿਰਮਲ ਕਰਮ ਬਾਰੇ ਦੱਸਿਆ ਕਿ ਸਰਬ ਧਰਮ ਹੈ ਸ੍ਰੇਸ਼ਟ ਧਰਮ। ਸਾਰੇ ਧਰਮਾਂ ਦੇ ਵਿੱਚੋਂ ਜਿਹੜਾ ਸ੍ਰੇਸ਼ਟ ਧਰਮ ਆ ਉਹ ਕੀ ਆ? ਮਹਾਰਾਜ ਕਹਿੰਦੇ ਨੇ ਫਸਟ ਆਫ ਆਲ ਹਰ ਕੋ ਨਾਮ ਜਪ। ਵਾਹਿਗੁਰੂ ਦਾ ਨਾਮ ਜਪਣਾ ਨਿਰਮਲ ਕਰਮ ਆ ਇੱਕ। ਪਰਮਾਤਮਾ ਦਾ ਨਾਮ ਜਪਣਾ ਨਿਰਮਲ ਕਰਮ ਆ ਇੱਕ। ਅਤੇ
ਸਰਬ ਧਰਮ ਮੈਂ ਸ੍ਰੇਸ਼ਟ ਧਰਮ। ਹੁਣ ਇਹਦਾ ਦੂਜਾ ਭਾਵ ਕੀ ਬਣਿਆ? ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਦੁਨੀਆ ਦਾ ਸਭ ਤੋਂ ਵੱਡਾ ਧਰਮ, ਸ੍ਰੇਸ਼ਟ ਧਰਮ ਕੀ ਆ? ਪਰਮਾਤਮਾ ਦਾ ਨਾਮ ਜਪਣਾ ਅਤੇ ਆਪਣੀ ਜ਼ਿੰਦਗੀ ਦੇ ਨਾਲ ਸੱਚੇ ਕਰਮ ਕਰਨੇ, ਨਿਰਮਲ ਕਰਮ ਕਰਨੇ, ਬੁਰਾ ਨਾ ਸੋਚਣਾ, ਆਪਣੇ ਮਨ ਲੈਵਲ 'ਤੇ ਬੁਰਾ ਨਾ ਸੋਚਣਾ, ਮਨ ਲੈਵਲ ਦੇ ਉੱਤੇ ਕਿਸੇ ਦੇ ਬਾਰੇ ਬੁਰਾ ਸ਼ਬਦ ਨਾ ਬੋਲਣਾ, ਇੱਕ ਫਿੱਕਾ ਨਾ ਗੱਲ ਆਏ, ਸਭਨਾ ਮਹਿ ਸੱਚਾ ਧਣੀ, ਫਿੱਕਾ ਬੋਲ ਨਾ ਬੋਲਣਾ ਅਤੇ ਮੂੰਹ ਦੇ ਵਿੱਚੋਂ ਮਿੱਠਾ ਬੋਲਣਾ, ਅਤੇ ਕਿਸੇ ਦੇ ਪ੍ਰਤੀ ਬੋਲਣ ਲੱਗੇ ਉਹਦੇ ਪ੍ਰਤੀ, ਉਸ ਇਨਸਾਨ ਦੇ ਪ੍ਰਤੀ ਸਾਡੀ ਚੰਗੀ ਭਾਵਨਾ ਹੋਣੀ ਔਰ ਉਹ ਕਿਸੇ ਦੀ ਤਰੱਕੀ ਬਾਬਤ ਬੋਲਣਾ। ਮਹਾਰਾਜ ਕਹਿੰਦੇ ਨੇ ਨਿਰਮਲ ਕਰਮ, ਸੇਵਾ ਕਰਨੀ, ਨਿਸ਼ਕਾਮ ਸੇਵਾ ਕਰਨੀ, ਮਹਾਰਾਜ ਕਹਿੰਦੇ ਨੇ। ਅਤੇ ਮਹਾਰਾਜ ਨੇ ਫਿਰ ਸਾਨੂੰ ਹੋਰ ਡਿਟੇਲ ਦੇ ਵਿੱਚ ਦੱਸਿਆ ਕਿ ਸਗਲ ਕਿਰਿਆ ਮਹਿ ਉੱਤਮ ਕਿਰਿਆ, ਜਿਹੜੇ ਉੱਤਮ ਕੰਮ ਨੇ, ਉੱਤਮ ਕਰਮ ਨੇ, ਉਹ ਕੀ ਨੇ ਮਹਾਰਾਜ? ਸਾਧ ਸੰਗ, ਸਾਧੂਆਂ ਦੀ ਸੰਗਤ ਦੇ ਵਿੱਚ ਰਹਿਣਾ, ਜਿਨ੍ਹਾਂ ਨੇ ਆਪਦੇ ਮਨ ਨੂੰ ਸਾਧਿਆ ਹੋਇਆ। ਸਾਧ ਸੰਗਤ ਦੇ ਵਿੱਚ ਰਹਿਣ ਨਾਲ ਮਹਾਰਾਜ ਕੀ ਹੁੰਦਾ? ਤੇਰੀ ਜਿਹੜੀ ਦੁਰਮਤਾ, ਦੁਰਕਾਰੀ ਹੋਈ ਮੱਤ ਆ ਜਿਹੜੀ ਤੇਰੀ, ਉਹ ਕੀ ਹੋ ਜਾਂਦੀ ਆ? ਮਲ ਹਿਰਿਆ, ਉਹਦੀ ਮਲ ਹਿਰਨ ਲੱਗ ਜਾਂਦੀ ਆ। ਹਿਰਨ ਦਾ ਮਤਲਬ ਚੋਰੀ ਹੋਣ ਲੱਗ ਜਾਂਦੀ ਆ, ਲਹਿਣ ਲੱਗ ਜਾਂਦੀ ਆ, ਭਾਵ ਢਲਣ ਲੱਗ ਜਾਂਦੀ ਆ ਜਿਹੜੀ ਤੇਰੇ ਮਨ 'ਤੇ ਮੈਲ ਲੱਗੀ ਹੋਈ ਆ। ਕਦੋਂ? ਸਗਲ ਕਿਰਿਆ ਮੈਂ ਉੱਤਮ ਕਿਰਿਆ, ਜਦੋਂ ਤੂੰ ਸਾਧੂਆਂ ਦੀ ਸੰਗਤ 'ਚ ਰਹਿਣਾ। ਇਸੇ ਕਰਕੇ ਮਹਾਰਾਜ ਸਾਨੂੰ ਕਹਿੰਦੇ ਨੇ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿੱਤ ਆਵੇ। ਹੁਣ ਤੂੰ ਕੋਈ ਉੱਦਮ ਕਰਨ ਲੱਗਿਆ, ਮਹਾਰਾਜ ਕਹਿੰਦੇ ਨੇ ਕਰ ਉੱਦਮ, ਜ਼ਰੂਰ ਕਰ ਉੱਦਮ। ਸਗਲ ਉੱਦਮ ਹੈ, ਉੱਦਮ ਭਲਾ, ਭਲਾ ਕੀ ਹੋ ਗਿਆ? ਤੇਰੇ ਬੈਨੀਫਿਟ ਦੇ ਲਈ, ਜਿਹੜਾ ਤੇਰੀ ਸਪਿਰਚੁਅਲ ਗਰੋਥ ਨੂੰ ਵਧਾਊਗਾ। ਸਗਲ ਉੱਦਮ ਹੈ, ਉੱਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਦਿਲ ਤੋਂ ਜਪ। ਇਹ ਨਾ ਹੋਵੇ ਵੀ ਤੂੰ ਮੂੰਹ ਤੋਂ ਕੱਲਾ ਕਰੀ ਜਾਵੇਂ ਤੇ ਤੇਰਾ ਮਨ ਕਿਤੇ ਹੋਰ ਫਿਰਦਾ ਹੋਵੇ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਮੇਰੇ ਮਿੱਤਰ, ਮੇਰੇ ਸੰਤ ਮਿੱਤਰ, ਪ੍ਰਭੂ ਦੀ ਜਦੋਂ ਉਸਤਤ ਕਰਨੀ ਆ, ਨਾਮ ਜਪਣਾ, ਬਾਣੀ ਪੜ੍ਹਨੀ ਆ, ਤਾਂ ਇੱਕ ਧਿਆਨ ਰੱਖੀ ਤੂੰ ਇਸ ਗੱਲ ਦਾ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ, ਸਾਵਧਾਨ ਮਨ ਕਰਕੇ, ਬਚਨ ਕਰਕੇ ਅਤੇ ਰਸਨਾ ਕਰਕੇ। ਅਤੇ ਤੇਰਾ ਸਾਵਧਾਨ ਹੋਣਾ ਚਾਹੀਦਾ, ਸਾਵਧਾਨ ਇਕਾਗਰ ਚੀਤ, ਤੇਰਾ ਚਿੱਤ ਇਕਾਗਰਤਾ ਦੇ ਵਿੱਚ ਹੋਣਾ ਚਾਹੀਦਾ। ਇਹ ਨਹੀਂ ਹੈਗਾ ਕਿ ਤੂੰ ਬੈਠਾ ਅਤੇ ਤੇਰਾ ਧਿਆਨ ਕਿਤੇ ਹੋਰ ਫਿਰੀ ਜਾਂਦਾ। ਸੋ ਬਾਣੀ ਨੇ ਬੜਾ ਪਿਆਰਾ ਸਾਨੂੰ ਸਮਝਾਇਆ ਕਿ ਸਗਲ ਬਾਣੀ ਮਹਿ ਅੰਮ੍ਰਿਤ ਬਾਣੀ, ਹਰ ਕੋ ਜਸ ਸੁਣ। ਪਹਿਲਾਂ ਬਾਣੀ ਦਾ ਗੁਰੂ ਦੇ ਕੋਲੋਂ ਉਹਦਾ ਜਸ ਸੁਣ। ਜਸ ਹੁੰਦਾ ਕਿਸੇ ਦੀ ਮੂੰਹ ਦੇ ਉੱਤੇ ਸਿਫਤ ਕਰਨਾ, ਗੁਰੂ ਦੇ ਕੋਲੋਂ ਗੁਰੂ ਦਾ ਜਸ ਸੁਣ। ਪਹਿਲਾਂ ਹਰ ਕੇ ਜਸ ਸੁਣ, ਪਹਿਲਾਂ ਸੁਣ, ਫਿਰ ਉਹ ਸੁਣੇ ਹੋਏ ਨੂੰ ਰਸਨਾ ਦੇ ਨਾਲ ਬਿਆਨ ਕਰ, ਬਖਾਨੀ, ਮੂੰਹ ਦੇ ਨਾਲ ਬੋਲ। ਕੀ ਬੋਲ? ਵਾਹਿਗੁਰੂ 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 ਵਾਹਿਗੁਰੂ। ਹਰ ਕੋ ਜਸ ਸੁਣ, ਪਹਿਲਾਂ ਸੁਣ ਫਿਰ ਰਸਨ ਬਖਾਨੀ। ਇਹ ਉੱਤਮ ਨਿਰਮਲ ਕਰਮ ਨੇ। ਮਹਾਰਾਜ ਕਹਿੰਦੇ ਸਗਲ ਥਾਨ ਤੇ ਉਹ ਉੱਤਮ ਥਾਨ, ਨਾਨਕ ਜਿਹੇ ਘਟ ਵਸੈ ਹਰ ਨਾਮ। ਜਿਹੜੇ ਘਟ ਦੇ ਵਿੱਚ ਜਿਹੜੇ ਸਰੀਰ ਦੇ ਵਿੱਚ ਘਟ ਮੈਂ ਹਰ ਜੂ ਬਸੇ, ਜਿਹੜੇ ਘਟ ਨੇ ਖੋਜ ਲਿਆ। ਮਹਾਰਾਜ ਕਹਿੰਦੇ ਨੇ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕਹਿ ਕਰਮਾ। ਸੰਗਤ ਦੇ ਵਿੱਚ ਰਹਿਣਾ, ਸਾਧੂ ਦੀ ਸੰਗਤ ਦੇ ਵਿੱਚ ਰਹਿਣਾ, ਇਹ ਮਹਾਰਾਜ ਕਹਿੰਦੇ ਭਾਈ ਨਿਰਮਲ ਕਰਮਾਂ ਦੇ ਵਿੱਚ ਆਉਂਦਾ। ਅਤੇ ਗੁਰਦੇਵ ਨੇ ਸਾਨੂੰ ਬੜਾ ਪਿਆਰਾ ਸਾਨੂੰ ਸਮਝਾਉਣਾ ਕੀਤਾ, ਸਭ ਤੇ ਉੱਤਮ ਇਹੋ ਕਰਮ, ਸਾਰੇ ਕਰਮਾਂ 'ਚ ਉੱਤਮ ਇਹ ਕਰਮ ਆ। ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਸਿਮਰਨ ਤੇਰਾ ਹੋਏ ਉਧਾਰ। ਵਾਹਿਗੁਰੂ ਦਾ ਸਿਮਰਨ ਕਰਨਾ ਨਿਰਮਲ ਕਰਮਾਂ ਦੇ ਵਿੱਚ, ਜਨਮ ਜਨਮ ਕਾ ਉਤਰੈ ਭਾਰ, ਜਿਹਦੇ ਨਾਲ ਤੇਰਾ ਜਨਮਾਂ ਜਨਮਾਂ ਦਾ ਭਾਰ ਉਤਰ ਜਾਂਦਾ। ਗੁਰੂਦੇਵ ਜੀ ਨੇ ਸਾਨੂੰ ਅੱਜ ਹੁਕਮਨਾਮਾ ਸਾਹਿਬ ਦਿੱਤਾ, ਸੁਣੋ ਸੰਤ ਪਿਆਰੇ। ਸੰਤ ਹੋ ਗਏ ਜਿਨ੍ਹਾਂ ਦੀਆਂ ਵਾਸ਼ਨਾਵਾਂ ਸ਼ਾਂਤ ਹੋ ਗਈਆਂ, ਜਿਨ੍ਹਾਂ ਦੇ ਹਿਰਦੇ ਦੇ ਵਿੱਚੋਂ ਹੰਕਾਰ, ਲੋਭ, ਮੋਹ, ਮੈਲ ਉਤਰ ਗਈ। ਸੁਣੋ ਸੰਤ ਪਿਆਰੇ, ਬਿਨੋ ਹਮਾਰੇ ਜੀਓ। ਬਿਨੋ ਹੋ ਗਈ ਬੇਨਤੀ, ਇੱਕ ਬੇਨਤੀ ਨੂੰ ਸੁਣਨਾ ਕਰੋ। ਹਰ ਬਿਨ, ਵਾਹਿਗੁਰੂ ਦੇ ਨਾਮ ਤੋਂ ਬਿਨਾਂ ਭਾਈ ਮੁਕਤ ਨਾ ਕਾਹੂ ਜੀਓ। ਸਾਨੂੰ ਬੰਧਨ ਪਏ ਰਹਿਣਗੇ। ਹੁਣ ਬੰਧਨ ਕਾਹਦੇ ਨੇ?
ਬੰਧਨ ਕਾਹਦੇ ਨੇ? ਮੋਹ ਦੇ ਬੰਧਨ ਨੇ, ਹੰਕਾਰ ਦੇ ਬੰਧਨ ਨੇ, ਲੋਭ ਦੇ, ਕਾਮ ਦੇ, ਕ੍ਰੋਧ ਦੇ, ਅਤੇ ਉਸ ਤੋਂ ਉੱਪਰ ਹਜ਼ਾਰਾਂ ਜਿਹੜੇ ਜਿਹਨੂੰ ਮਹਾਰਾਜ ਕਹਿੰਦੇ ਨੇ ਲੱਖ ਕਰੋੜੀ ਬੰਧਨ ਭਰੇ, ਇਹ ਜਿਹੜੇ ਵਿਚਾਰਾਂ ਦੇ ਨੇ। ਦੁਸ਼ਟ ਜਿਤੇ ਕਿੰਨੇ ਵਿਚਾਰ ਸਾਨੂੰ ਉੱਠਦੇ ਨੇ। ਦੁਸ਼ਟ ਕਿੰਨੇ ਨੇ? ਜਿੰਨੇ ਉੱਠਦੇ ਨੇ। ਦੁਸ਼ਟ ਜਿਤੇ ਉਤਪਾਤ ਕਰਦੇ ਨੇ, ਸਾਨੂੰ ਤੰਗ ਕਰਦੇ ਨੇ, ਸਾਡੇ ਮਨ ਦੇ ਵਿੱਚ ਭੁਚਾਲ ਲਿਆ ਜਾਂਦੇ ਨੇ, ਸਾਡੇ ਮਨ ਦੇ ਵਿੱਚ ਇੱਕ ਤਕਲੀਫ ਪੈਦਾ ਕਰਦੇ ਨੇ। ਸਕਲ ਮਲੇਸ਼ ਕਰੋ ਰਣ ਘਾਤਾ, ਇਹ ਜਿਹੜੀ ਮਹਾਰਾਜ ਨੇ ਸਾਨੂੰ ਦੱਸਿਆ, ਮੁਕਤ ਨਾ ਕਾਹੂ ਜੀਓ। ਕੀ ਕੌਣ ਲਿਆਊਗਾ? ਸਕਲ ਮਲੇਸ਼ ਕਰੋ ਰਣ ਘਾਤਾ, ਇਹਨਾਂ ਨੂੰ ਰਣ ਘਾਤ ਕਰ ਦਿਓ ਵਾਹਿਗੁਰੂ ਜੀ, ਕਿਉਂਕਿ ਮੈਂ ਤੇਰੀ ਸ਼ਰਨ ਵਿੱਚ ਆਇਆ। ਜਦੋਂ ਮੈਂ ਉਹਦੀ ਬਿਨੋਂ ਵਿੱਚ ਆ ਗਿਆ, ਬਿਨੋਂ ਭਾਵ ਬੇਨਤੀ, ਜਦੋਂ ਬੇਨਤੀ ਕੀਤੀ ਤੇ ਉਹਨੂੰ ਪਤਾ ਲੱਗ ਗਿਆ ਕਿ ਮੈਂ ਮੁਕਤ ਹੋ ਗਿਆ, ਹੈ ਨਾ। ਹਰ ਬਿਨ, ਵਾਹਿਗੁਰੂ ਤੋਂ ਬਿਨਾਂ ਸਾਨੂੰ ਕੋਈ ਮੁਕਤ ਨਹੀਂ ਕਰ ਸਕਦਾ। ਤੇ ਮਨ ਨਿਰਮਲ ਕਰਮ ਕਰ, ਮਨ ਨੂੰ ਫਿਰ ਪਤਾ ਲੱਗ ਗਿਆ ਕਿ ਜੇ ਤੂੰ ਆਪਣੇ ਆਪ ਨੂੰ ਮੁਕਤ ਕਰਾਉਣਾ ਚਾਹੁੰਦਾ ਭਾਈ, ਤਾਂ ਤੂੰ ਨਿਰਮਲ ਕਰਮ ਕਰ। ਤਰਨ ਹੁੰਦਾ ਜਹਾਜ਼ ਕਹਿੰਦੇ ਆ, ਤਰਨ ਹਾਰ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੈ ਪਾਰ। ਜਿਹੜਾ ਵਾਹਿਗੁਰੂ ਨਾਮ ਦੇ ਵਿੱਚ ਚੜ੍ਹੂਗਾ, ਜਹਾਜ਼ ਦੇ ਵਿੱਚ ਚੜ੍ਹੂਗਾ, ਉਹ ਹੀ ਪਾਰ ਉਤਰੂਗਾ ਭਾਈ। ਅਵਰ ਜੰਜਾਲ, ਆ ਜਿਹੜੇ ਬਿਨਾਂ ਮਤਲਬ ਦੇ ਤੂੰ ਜੰਜਾਲ ਪਾਈ ਬੈਠਾ ਨਾ ਆਪਦੇ ਆਪ ਦਾ, ਤੇਰਾ ਕਿੰਨਾ ਸਮਾਂ ਵੇਸਟ ਤੂੰ ਕਰਦਾ ਆ। ਅਵਰ ਜੰਜਾਲ ਤੇਰਾ ਕਾਹੂ ਨਾ ਕਾਮ ਜੀਓ, ਇਹ ਤੇਰੇ ਅਵਰ ਕਾਜ ਤੇਰਾ ਕਿਤੇ ਨਾ ਕਾਮ। ਮਿਲ ਸਾਧ ਸੰਗਤ ਭਜ ਕੇਵਲ ਨਾਮ, ਇਹ ਜਿਹੜੇ ਤੇਰੇ ਕੰਮ ਨੇ ਨਾ ਭਾਈ, ਕਾਹੂ ਹੁੰਦਾ ਕਿਸੇ ਵੀ ਕੰਮ ਦੇ ਨਹੀਂ ਆਉਣੇ, ਕੋਈ ਵੀ ਬੇਕਾਰ ਨੇ, ਹੈ ਨਾ। ਅਤੇ ਮਹਾਰਾਜ ਕਹਿੰਦੇ ਨੇ ਬਾਕੀ ਤੂੰ ਜੰਜਾਲ ਪਾਏ ਹੋਏ ਨੇ, ਆਪਣੇ ਆਪ ਨੂੰ ਚੇਨਜ਼ ਪਾਈਆਂ ਹੋਈਆਂ ਨੇ, ਸ਼ੈਕਲਜ਼ ਪਾਈਆਂ ਹੋਈਆਂ ਨੇ, ਬੇੜੀਆਂ ਪਾਈਆਂ ਹੋਈਆਂ ਨੇ, ਜੰਜੀਰਾਂ ਪਾਈਆਂ ਹੋਈਆਂ ਨੇ। ਆਪਾਂ ਪਹਿਲਾਂ ਵੀ ਇੱਕ ਵਾਰੀ ਗੱਲ ਕਰੀ ਸੀ ਕਿ ਹੈਨਰੀ ਡੇਵਿਡ ਥੋਰੋ ਦੀ ਮੈਨੂੰ ਬਹੁਤ ਪਿਆਰੀ ਗੱਲ ਲੱਗਦੀ ਆ। ਉਹ ਕਹਿੰਦਾ ਕਿ ਇੱਕ ਬੰਦਾ ਜੰਮਦਾ ਤੇ ਫਰੀ ਆ, ਪਰ ਸਾਰੀ ਜ਼ਿੰਦਗੀ ਉਹ ਬੇੜੀਆਂ ਵਿੱਚ ਰਹਿੰਦਾ, ਜੰਜੀਰਾਂ ਦੇ ਵਿੱਚ ਰਹਿੰਦਾ, ਜੰਜਾਲਾਂ ਦੇ ਵਿੱਚ ਰਹਿੰਦਾ। ਮਹਾਰਾਜ ਨੇ ਫਿਰ ਅੱਗੇ ਸਾਨੂੰ ਸਮਝਾਉਣਾ ਕੀਤਾ, ਜੀਵਨ ਦੇਵਾ ਪਾਰ ਬ੍ਰਹਮ ਸੇਵਾ। ਜੀਵਨ ਸਾਨੂੰ ਕਿੱਥੋਂ ਮਿਲਦਾ ਹੈ? ਜੀਵਨ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਜਿਹੜਾ ਗਿਆਨ ਹੈ, ਇਹ ਜੀਵਨ ਹੈ। ਜੀਵਨ ਦੇਵਾ, ਦੇਣ ਵਾਲਾ ਜੀਵਨ ਕੌਣ? ਪਰਮਾਤਮਾ ਹੈ। ਪਾਰ ਬ੍ਰਹਮ ਸੇਵਾ, ਪਰਮਾਤਮਾ ਦੀ ਸੇਵਾ ਕਰਨੀ, ਵਿੱਚ ਦੁਨੀਆ ਸੇਵ ਕਮਾਈਐ, ਤਾਂ ਦਰਗਹਿ ਬੈਸਣ ਪਾਈਐ, ਇਹੋ ਉਪਦੇਸ਼ ਮੋਹ ਕੋ ਗੁਰਦੀਨਾ ਜੀਓ। ਗੁਰਦੇਵ ਜੀ ਨੇ ਮੈਨੂੰ ਇਹ ਭਾਈ ਉਪਦੇਸ਼ ਦਿੱਤਾ ਕਿ ਜੇ ਜੀਵਨ ਪਾਉਣਾ ਤਾਂ ਪਾਰ ਬ੍ਰਹਮ ਸੇਵਾ। ਹੁਣ ਪਾਰ ਬ੍ਰਹਮ ਸੇਵਾ ਇੱਕ ਤੇ ਦੂਜੀ ਸੇਵਾ ਹੋ ਗਈ, ਜਿਹੜੀ ਦੁਨੀਆਦਾਰੀ ਦੀ ਸੇਵਾ। ਪਰ ਇੱਕ ਹੋਰ ਸੇਵਾ ਕਿਹੜੀ? ਗੁਰਬਾਣੀ ਨੂੰ ਸੁਣ ਕੇ, ਮੰਨ ਕੇ, ਅਤੇ ਉਹਦੇ ਵਿੱਚ ਭਾਵ ਰੱਖ ਕੇ, ਅਤੇ ਉਹਦਾ ਜਸ ਗਾਉਣਾ, ਸਹਿਜ ਦੇ ਵਿੱਚ ਜਸ ਗਾਉਣਾ, ਤਾਂ ਕਿ ਇਹ ਮਨ ਸਹਿਜ ਦੇ ਵਿੱਚ ਉਸ ਵਾਹਿਗੁਰੂ ਜੀ ਦੇ ਵਿੱਚ ਜਾ ਕੇ ਸਮਾ ਜਾਵੇ। ਤਿਸ ਸਿਉ ਨਾ ਲਾਈਐ ਹੀਤ ਹੁੰਦਾ ਪ੍ਰੇਮ, ਉਹਨਾਂ ਚੀਜ਼ਾਂ ਨਾਲ ਤੂੰ ਭਾਈ ਪ੍ਰੇਮ ਨਾ ਪਾ। ਜਾ ਕੋ ਕੁਛ ਨਾਹੀਂ ਬੀਤ, ਜਿਨ੍ਹਾਂ ਦੇ ਵਿੱਚ ਬਿੱਤ ਨਹੀਂ ਹੈਗਾ। ਬਿੱਤ ਦਾ ਮਤਲਬ ਬਲ ਨਹੀਂ ਹੈਗਾ, ਬਲ ਮਤਲਬ ਬਿੱਤ ਦੂਜਾ, ਜਿਹੜੇ ਤੇਰੇ ਨਾਲ ਖੜ ਨਹੀਂ ਸਕਦੇ ਜਾ ਕੇ। ਅੰਤ ਕੀ ਬਾਰ ਉਹ ਸੰਗ ਨਾ ਚਾਲੇ, ਇਹ ਜਿਹੜੀਆਂ ਦੁਨੀਆਦਾਰੀ ਦੀਆਂ ਚੀਜ਼ਾਂ ਨੇ ਭਾਈ, ਇੱਕ ਦਿਨ ਇਹ ਤੇਰੇ ਨਾਲ ਨਹੀਂ ਚੱਲਣਗੀਆਂ। ਉਹੀ ਚੀਜ਼ ਦੇ ਨਾਲ ਚਿੱਤ ਲਾ ਜਿਹੜੀ ਤੇਰੇ ਨਾਲ ਦਰਗਾਹ ਦੇ ਵਿੱਚ ਵੀ ਚੱਲੇ। ਹਰ ਦਰਗਹਿ ਕਾ ਵਸੀਠ, ਤੇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸਾਹੋ, ਜਿਸ ਪਾਸ ਬੈਠਿਆਂ ਸੋਹੀ ਹੈ। ਤੇ ਮਹਾਰਾਜ ਕਹਿੰਦੇ ਉਹਦੇ ਨਾਲ ਪ੍ਰੇਮ ਪਾ ਜਿਹੜਾ ਸੱਜਣ ਤੇਰੇ ਨਾਲ ਦਰਗਾਹ ਦੇ ਵਿੱਚ ਜਾ ਕੇ ਵੀ ਖੜਾ ਹੋਵੇ। ਮਨ ਤਨ ਤੂੰ ਆਰਾਧ, ਮਨ ਕਰਕੇ ਤਨ ਕਰਕੇ ਤੂੰ ਵਾਹਿਗੁਰੂ ਨੂੰ ਆਰਾਧਨਾ ਕਰ, ਉਹਦਾ ਧਿਆਨ ਧਰ। ਹਰ ਕੇ ਪ੍ਰੀਤਮ ਸਾਧ, ਜਾ ਕੇ ਸੰਗ ਤੇਰੇ ਬੰਧਨ ਛੁੱਟੇ, ਤੇਰਾ ਜਨਮ ਦਾ ਤੇ ਮਰਨ ਦਾ ਬੰਧਨ ਛੁੱਟ ਜਾਵੇ। ਕੋਟਾਨ ਸ਼ੁਕਰਾਨਾ। ਗੁਰੂਦੇਵ ਜੀ ਕਿਰਪਾ ਕਰਨ, ਪਹਿਲੀ ਗੱਲ ਤੇ ਸਾਨੂੰ ਬੇਨਤੀ ਕਰਨ ਦਾ ਬਲ ਬਖਸ਼ਣ ਕਿ ਅਸੀਂ ਬੇਨਤੀ ਕੀ ਕਰਨੀ ਆ। ਸੱਚੇ ਪਾਤਸ਼ਾਹ ਮਿਹਰ ਕਰਨ, ਸਾਡੇ ਕਰਮ ਨਿਰਮਲ ਹੋਣ, ਤੇ ਸਾਨੂੰ ਇਸ ਤਰਨ ਜਹਾਜ਼ ਦਾ, ਵਾਹਿਗੁਰੂ ਨਾਮ ਜਹਾਜ਼ ਦਾ ਪਤਾ ਲੱਗੇ, ਤੇ ਸਾਨੂੰ ਸਾਡੇ ਜਿਹੜੇ ਜੰਜਾਲ ਨੇ, ਜਿਹੜੀਆਂ ਚੇਨਾਂ ਨੇ, ਜਿਹੜੇ ਵਿਚਾਰ ਸਾਨੂੰ ਨੈਗੇਟਿਵਿਟੀ ਨੂੰ ਲੈ ਕੇ ਜਾਂਦੇ
ਹੁੰਦੇ ਨੇ, ਸਾਨੂੰ ਉਹਨਾਂ ਦਾ ਪਤਾ ਲੱਗ ਜੇ। ਕਿਰਪਾ ਕਰਨ ਮਹਾਰਾਜ, ਸਾਨੂੰ ਜਿੱਥੇ ਸਾਡਾ ਟਾਈਮ ਵੇਸਟ ਹੁੰਦਾ, ਸਮਾਂ ਖਰਾਬ ਹੁੰਦਾ, ਜਿਹੜੀਆਂ ਚੀਜ਼ਾਂ ਸਾਨੂੰ ਡਿਸਟਰੈਕਟ ਕਰਦੀਆਂ ਨੇ, ਸਾਨੂੰ ਉਹਨਾਂ ਦਾ ਪਤਾ ਲੱਗ ਜੇ। ਅਜੇ ਸਾਨੂੰ ਪਤਾ ਨਹੀਂ ਲੱਗਿਆ ਹੋਇਆ, ਅਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਕਿ ਇਹ ਜੀਵਨ ਦਿੰਦੀ ਆ, ਕਿੱਦਾਂ ਜੀਵਨ ਦਿੰਦੀ ਆ, ਇਸ ਗੱਲ ਦਾ ਵਾਹਿਗੁਰੂ ਜੀ ਕਿਰਪਾ ਕਰਨ ਸਾਨੂੰ ਪਤਾ ਲੱਗ ਜੇ। ਉਪਦੇਸ਼ ਗੁਰੂ ਤੋਂ ਲੈਣ ਦੀ ਸਾਨੂੰ ਗੁਰੂ ਮਹਾਰਾਜ ਜੀ ਮੱਤ ਆ ਜੇ, ਅਤੇ ਸਾਨੂੰ ਪਤਾ ਲੱਗ ਜੇ ਕਿ ਅਸੀਂ ਹਿੱਤ ਕਿੱਥੇ ਲਾਉਣਾ, ਅਸੀਂ ਚਿੱਤ ਕਿੱਥੇ ਲਾਉਣਾ, ਅਤੇ ਵਿੱਤ ਵਾਲੀ ਚੀਜ਼ ਕਿਹੜੀ ਆ, ਖਜ਼ਾਨੇ ਵਾਲੀ ਚੀਜ਼ ਕਿਹੜੀ ਆ, ਅਤੇ ਅੰਤ ਕੀ ਵਾਰ ਸਾਡੇ ਨਾਲ ਕਿਹੜੀ ਚੀਜ਼ ਨੇ ਚੱਲਣਾ। ਅਤੇ ਸਾਡੇ ਹਿਰਦੇ ਦੇ ਵਿੱਚ ਗੁਰਦੇਵ ਜੀ ਤੇਰੀ ਆਰਾਧਨਾ ਸੱਚੀ ਆ ਜੇ, ਅਤੇ ਸਾਡਾ ਮਨ ਆ ਜਿਹੜਾ ਪ੍ਰੀਤਮ ਦੇ ਸਾਧ ਭਾਵ ਸਾਧਿਆ ਜਾਵੇ, ਅਤੇ ਸਾਨੂੰ ਪਤਾ ਲੱਗ ਜੇ ਕਿ ਤੂੰ ਗੁਰੂ ਮੇਰੇ ਅੰਗ ਸੰਗ ਆ, ਜਾ ਕੈ ਸੰਗ ਦੁਕਾਲੰਗ ਪ੍ਰਣਾਸੀ ਦਇਆਲੰਗ ਸਰੂਪੇ, ਸਦਾ ਅੰਗ ਸੰਗੇ ਅਪੰਗੰਗ ਵਿਭੂਤੇ। ਬੇਅੰਤ ਬੇਅੰਤ ਭੁੱਲਾਂ ਚੁੱਕਾਂ ਦੀ क्षमा ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਪਰ ਨ ਤੇਰੀ ਬਾਤੇ